दासा रे, को ठाकुर को दासा रे। सबे गट राम बोले, सबे गट राम बोले, राम बोले, सबे गट राम बोले, सबे गट राम बोले, राम बोले, सबे गट राम बोले। राम बिना को बोले रे, रे, राम बिना को बोले रे, सबे गट राम बोले, सबे गट राम बोले, राम बोले, सबे गट राम बोले, सबे गट राम बोले। ਰੱਬ ਦੀ ਬਣਾਈ ਇਹ ਦੁਨੀਆ ਹਸੀਨ ਸੀ, ਰੱਬ ਦੀ ਬਣਾਈ ਇਹ ਦੁਨੀਆ ਹਸੀਨ ਸੀ, ਕਰ ਦਿੱਤੀ ਹੈ ਤਬਾਹ ਜਿਹੜੀ ਜੰਨਤ ਜਿਹੀ ਜ਼ਮੀਨ ਸੀ। ਸਾਰਿਆਂ ਦੇ ਆਪਸੀ ਝਗੜਿਆਂ ਦੇ ਹੋਣ ਕਾਰਨ ਫਿਜ਼ਾਵਾਂ ਹੋਈਆਂ ਨੇ ਫਨਾ ਜੋ ਹੁੰਦੀ ਰੰਗੀਨ ਸੀ। ਕਰਕੇ ਵੇਖੀ ਕੋਸ਼ਿਸ਼ ਸਮਾਜ ਨੂੰ ਬਦਲਣ ਦੀ, ਪਰ ਦੁਨੀਆ ਦੀ ਨਿਗਾਹ ਵਿੱਚ ਇਹ ਜੁਰਮ ਸੰਗੀਨ ਸੀ। ਇੱਕ ਆਸ ਰਹੀ ਕਿ ਡੁੱਬਿਆ ਸੂਰਜ ਕਦੇ ਤਾਂ ਉਜਾਲਾ ਕਰੂ, ਬਸ ਇਸੇ ਉਮੀਦ ਵਿੱਚ ਜਿੰਦਾ ਸਾਡਾ ਜ਼ਮੀਰ ਸੀ। ਗੁਰੂ ਪਿਆਰੀ ਸਾਧ ਸੰਗਤ ਜੀ, ਗਲਗਲ ਵਿੱਚ ਫੁਲਫੁਲਾ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਵਾਲੇ ਬੰਦੀ ਛੋੜ ਦਿਵਸ ਦੀ ਆਪ ਸਭ ਲੱਖ ਲੱਖ ਵਧਾਈਆਂ ਹੋ। ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਕੋਲੋਂ ਆਓ ਵੇਖੀਏ ਬੰਦੀ ਛੋੜ ਦਿਵਸ ਦੀ ਜਾਣਕਾਰੀ ਰਹੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Good morning. Good morning, students. Happy Diwali. Thank you. Happy Diwali to you too. ਕਿਸੇ ਨੂੰ ਪਤਾ ਹੈ ਅਸੀਂ ਦੀਵਾਲੀ ਕਿਉਂ ਮਨਾਉਂਦੇ ਹਾਂ? ਯੈਸ ਈਸ਼ਰ, ਤੁਸੀਂ ਦੱਸੋ। Yes, teacher, क्योंकि भगवान राम वनवास तो वापस आए सी। ਵੈਰੀ ਗੁੱਡ। ਸਿਰਫ ਭਗਵਾਨ ਰਾਮ ਨਹੀਂ, ਉਹਨਾਂ ਦੇ ਨਾਲ ਸੀਤਾ ਜੀ ਤੇ ਲਕਸ਼ਮਣ ਜੀ ਵੀ 14 ਸਾਲ ਦਾ ਵਨਵਾਸ ਕੱਟ ਕੇ ਅਯੋਧਿਆ ਵਾਪਸ ਆਏ ਸੀ। ਉਸ ਦਿਨ ਅਮਾਵਸ ਦੀ ਰਾਤ ਸੀ। ਅਮਾਵਸ ਮਤਲਬ ਨੋ ਮੂਨ ਨਾਈਟ। ਇਸ ਵਾਸਤੇ ਅੰਧੇਰਾ ਦੂਰ ਕਰਨ ਲਈ ਅਯੋਧਿਆ ਵਾਸੀਆਂ ਨੇ ਘੀ ਦੇ ਦੀਏ ਜਲਾਏ ਸੀ। ਤਾਂ ਤੋਂ ਦੀਵਾਲੀ ਵਾਲੇ ਦਿਨ ਦੀਏ ਤੇ ਕੈਂਡਲ ਜਲਾ ਕੇ ਰੋਸ਼ਨੀ ਕਰਨ ਦੀ ਰੀਤ ਚੱਲ ਪਈ ਹੈ। But teacher, I don't like burning diyas or candles. ਮੈਨੂੰ ਦੀਆ ਅਤੇ ਕੈਂਡਲਸ ਜਲਾਣੇ ਅੱਛੇ ਨਹੀਂ ਲੱਗਦੇ। ਮੇਰੀ ਪਰਿਵਾਰ ਅਤੇ ਕਜ਼ਨਸ ਨੂੰ ਵੀ ਅੱਛੇ ਨਹੀਂ ਲੱਗਦੇ। We all like burning crackers. Yes, teacher, ਮੈਨੂੰ ਵੀ ਪਟਾਕੇ ਚਲਾਣੇ ਬਹੁਤ ਅੱਛੇ ਲੱਗਦੇ ਹੈ। ਮੇਰੇ ਪਾਪਾ ਦੇ ਪੂਰੀ ਭਰ ਕੇ ਪਟਾਕੇ ਲਾਉਂਦੇ ਆ ਤੇ ਅਸੀਂ ਲੜੀਆਂ ਚਲਾਉਂਦੇ ਹਾਂ। ਪਰ ਤੁਹਾਨੂੰ ਪਤਾ ਹੈ ਪਟਾਕਿਆਂ ਨਾਲ ਕਿੰਨਾ 에ਅਰ ਪੋਲਿਊਸ਼ਨ ਹੁੰਦਾ ਹੈ? ਤੇ ਅਸੀਂ ਗੁਰਬਾਣੀ ਵਿੱਚ ਵੀ ਸਿੱਖਿਆ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। पवन गुरु पानी पिता, पानी पिता। The cosmic presence is the Guru.
water the father, and earth the mother. Day and night, the two nurses in whose bosom mankind plays. Good deeds and bad will be judged, and accordingly, some will move closer to him and others drift further apart. ਮਤਲਬ ਪਵਨ ਸਾਡਾ ਗੁਰੂ ਹੈ, ਪਾਣੀ ਪਿਤਾ ਹੈ ਤੇ ਧਰਤੀ ਮਾਂ ਹੈ। ਸਾਨੂੰ ਇਹਨਾਂ ਨੂੰ ਪੋਲਿਊਟ ਨਹੀਂ ਕਰਨਾ ਚਾਹੀਦਾ। ਟੀਚਰ ਹਰ ਕੋਈ ਲੈਕਚਰ ਦਿੰਦਾ ਹੈ। ਜਦ ਹੋਲੀ ਆਉਂਦੀ ਹੈ ਤੇ ਕਹਿੰਦੇ ਪਾਣੀ ਬਚਾਓ। ਹੁਣ ਦੀਵਾਲੀ ਆਉਂਦੀ ਹੈ ਤੇ ਕਹਿੰਦੇ ਪਟਾਕੇ ਨਾ ਜਲਾਓ। ਆਫਟਰ ਆਲ ਇਟਸ ਅ ਕੂਲ ਟੂ ਬਰਨ ਕ੍ਰੈਕਰਸ। ਆਈ ਕੈਨ ਸਟਾਪ ਇਟ। ਕੀ ਹੋਇਆ ਸੁਪ੍ਰੀਤ, ਤੁਸੀਂ ਕਿਉਂ ਰੋ ਰਹੇ ਹੋ? ਟੀਚਰ ਲਾਸਟ ਈਅਰ ਤੱਕ ਮੈਂ ਵੀ ਇਹੀ ਬੋਲਦਾ ਸੀ ਤੇ ਬਹੁਤ ਬੰਬ ਪਟਾਕੇ ਚਲਾਉਂਦਾ ਸੀ। ਪੇਰੈਂਟਸ ਦੇ ਮਨਾ ਕਰਨ ਤੋਂ ਬਾਵਜੂਦ ਵੀ ਮਨਮੌਜੀ ਸੀ। ਪਰ ਲਾਸਟ ਈਅਰ ਜਦ ਮੈਂ ਰੌਕਟ ਜਲਾ ਰਿਹਾ ਸੀ ਤਾਂ ਉਹ ਡਾਇਰੈਕਟ ਮੇਰੀ ਭੈਣ ਦੇ ਅੱਖਾਂ 'ਚ ਲੱਗ ਗਿਆ ਤੇ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ। Oh my God. She can't see now. It's all because of me. ਅੱਜ ਉਹ ਮੇਰੇ ਕਾਰਨ, ਸਿਰਫ ਮੇਰੇ ਕਾਰਨ ਅਪਾਹਿਜ ਹੈ। ਨਹੀਂ ਰੇ, ਇਹ ਤੇਰੀ ਗਲਤੀ ਨਹੀਂ ਹੈ, ਇਹ ਆਪਾਂ ਸਾਰਿਆਂ ਦੀ ਗਲਤੀ ਹੈ। ਮੈंने ਵੀ ਸਕੂਲ ਵਿੱਚ ਨੋ ਕ੍ਰੈਕਰਸ ਔਨ ਦੀਵਾਲੀ ਦੀ ਪੇਂਟਿੰਗ ਬਣਾਈ ਸੀ ਪਰ ਕਦੀ ਫੋਲੋ ਨਹੀਂ ਕੀਤਾ। ਅਗਰ ਫੋਲੋ ਕਰਦੀ ਤੇ ਅੱਜ ਮੇਰੀ ਇਹ ਹਾਲਤ ਨਹੀਂ ਹੁੰਦੀ। ਮੇਰੀ ਫਰੈਂਡ ਸ਼ਵੇਤਾ ਅਸਥਮਾ ਦੀ ਪੇਸ਼ੈਂਟ ਹੈ। ਉਹ ਹਰ ਵਾਲੀ ਦੀਵਾਲੀ ਤੇ ਆਪਣੇ ਆਪ ਨੂੰ ਰੂਮ ਵਿੱਚ ਬੰਦ ਕਰ ਲੈਂਦੀ ਹੈ। ਪਰ ਸਾਨੂੰ ਕੀ, ਅਸੀਂ ਤੇ ਕੂਲ ਹਾਂ, ਸਾਨੂੰ ਤੇ ਸਿਰਫ ਇੰਜੋਇਮੈਂਟ ਦੀ ਪਈ ਹੈ। ਬਰਨਿੰਗ ਕ੍ਰੈਕਰਸ ਇਜ਼ ਇਕੁਅਲ ਟੂ ਬਰਨਿੰਗ ਨੋਟਸ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਖਾਣ ਨੂੰ ਨਹੀਂ ਮਿਲਦਾ ਤੇ ਅਸੀਂ ਆਪਣੀ ਮਿਹਨਤ ਦੀ ਕਮਾਈ ਨੂੰ ਅੱਗ ਲਾ ਰਹੇ ਹਾਂ। ਬੰਬ ਪਟਾਕੇ ਜਲਾਉਣ ਤੋਂ ਬਜਾਏ ਅਸੀਂ ਸਿੱਧਾ ਆਪਣੇ ਨੋਟਾਂ ਨੂੰ ਅੱਗ ਕਿਉਂ ਨਹੀਂ ਲਾ ਦਿੰਦੇ? ਯੈਸ ਟੀਚਰ, ਆਈ ਅਗਰੀ ਵਿਦ ਸੁਪ੍ਰੀਤ। ਤੁਹਾਨੂੰ ਪਤਾ ਹੈ ਗਮ ਕਿਸ ਚੀਜ਼ ਦਾ? ਯੈਸ ਟੀਚਰ, ਮੇਰਾ ਵੱਡਾ ਵੀ 2 ਸਾਲ ਪਹਿਲਾਂ ਕਾਲਜ ਵਿੱਚ ਸੀ। ਆਪਣੇ ਟਾਊਨ ਵਿੱਚ ਰਹਿੰਦਾ ਸੀ ਤੇ ਬਹੁਤ ਪ੍ਰਸ਼ਨ ਕਰਦਾ ਸੀ। ਅੱਜ ਬੈੱਡ ਤੇ ਪਿਆ ਹੈ। ਬੈੱਡ ਤੇ? ਪਰ ਬੈੱਡ ਤੇ ਕਿਉਂ? ਜਦੋਂ 2 ਸਾਲ ਪਹਿਲਾਂ ਅਨਾਰ ਜਲਾ ਰਿਹਾ ਸੀ, ਅਨਾਰ ਪੂਰਾ ਫਟ ਗਿਆ, ਪੂਰਾ ਸਰੀਰ ਜਲ ਗਿਆ। ਹੁਣ ਤੱਕ ਹਸਪਤਾਲ। ਪਹਿਲੇ ਤਾਂ ਤੁਸੀਂ ਸਾਰੇ ਕਹਿ ਰਹੇ ਸੀ ਸਾਨੂੰ ਬੰਬ ਪਟਾਕੇ ਚਲਾਣੇ ਬੜੇ ਅੱਛੇ ਲੱਗਦੇ ਐ। ਹੁਣ ਤੁਸੀਂ ਸਾਰਿਆਂ ਨੂੰ ਰਿਅਲਾਈਜ਼ ਹੋ ਰਿਹਾ ਹੈ ਨਾ, ਇਹਦਾ ਮਤਲਬ ਸਾਨੂੰ ਸਾਰਿਆਂ ਨੂੰ ਅੰਦਰੋਂ ਪਤਾ ਹੈ ਕਿ ਬੰਬ ਪਟਾਕੇ ਨਹੀਂ ਚਲਾਣੇ ਚਾਹੀਦੇ, ਪਰ ਫਿਰ ਵੀ ਅਸੀਂ ਨਹੀਂ ਮੰਨਦੇ। ਮੈਂ ਤੇ ਟੀਚਰ ਅਜੇ ਵੀ ਨਹੀਂ ਮੰਨਦਾ। ਮੇਰੇ ਲਈ ਸਭ ਕੁਝ ਇੰਜੋਇਮੈਂਟ ਹੈ। ਤੈਨੂੰ ਵੀ ਇੰਜੋਇਮੈਂਟ ਦੀ ਪਈ ਹੈ। ਤੈਨੂੰ ਪਤਾ ਨਹੀਂ ਸਾਡੀ ਸਾਇੰਸ ਟੀਚਰ ਨੇ ਕੀ ਦੱਸਿਆ ਸੀ? हाँ हरगुन, मैंने याद आया कि साड़ी धरती मानू कुछ हो जाएगा तो ऐसे सारे खत्म हो जाएंगे। हाँ सिमरन, तू सही कह रही है। ए देखो टीचर ने की दसिया सी सानू। The sun is very important for us. It brightens up our world and keeps our lives running. If it never existed, nothing in this world could have existed either. The solar rays are used by the plants to carry out the most important process of life, that is the photosynthesis.
the resulting products, oxygen and glucose, are consumed by the animals. But the solar rays contain harmful ultraviolet rays as well. Fortunately, there is an insulating layer around the Earth which protects us from the UV rays, and this protective coating is known as the ozone layer. A single ozone molecule basically consists of 3 oxygen atoms, while the ordinary oxygen that we use for respiration has only 2 oxygen atoms. The ozone molecules absorb most of the sun's UV rays. But in the past few decades, the world has been developing on a huge scale. The number of industries is growing rapidly, which is causing an increase in chlorofluorocarbons and carbon tetrachlorides. These chemicals are a major threat to our ozone layer. CFCs are mostly used as cooling agents and to make plastic foam insulations. Carbon tetrachlorides are used as dry cleaning solvents and refrigerants. As they both are gases, they can easily escape into the atmosphere. When they reach the upper atmosphere, they start destroying the ozone. The depleted ozone layer causes an increased UV exposure, which cause cataracts, skin cancers, harm to plants, and reduction of plankton populations in the oceans. If we don't manage our industries and don't dispose the industrial waste properly, the harmful chemicals would keep on increasing, and eventually will completely destroy our protective coating. Then our coming generations would suffer a lot. Just imagine a life without the ozone protection. ਵਾਤਾਵਰਨ ਨੂੰ ਐਵੇਂ ਖਰਾਬ ਕਰਦੇ ਜਾਵਾਂਗੇ ਤੇ ਉਹ ਓਜ਼ੋਨ ਲੇਅਰ ਜੋ ਸਾਨੂੰ ਸੂਰਜ ਦੀ ਖਤਰਨਾਕ ਰੋਸ਼ਨੀ ਤੋਂ ਬਚਾਉਂਦੀ ਹੈ ਉਹ ਖਤਮ ਹੋ ਜਾਏਗੀ ਤੇ ਸੂਰਜ ਜੋ ਅੱਗ ਦਾ ਗੋਲਾ ਹੈ ਉਹਦੀ ਕਿਰਨ ਡਾਇਰੈਕਟਲੀ ਸਾਡੇ ਉੱਤੇ ਪਏਗੀ ਤੇ ਅਸੀਂ ਜਲ ਜਾਵਾਂਗੇ। ਵੈਰੀ ਗੁੱਡ ਹਰਗੁਣ। ਉਹ ਤੇ ਮੈਨੂੰ ਕਹਿ ਰਿਹਾ ਹੈ ਪਰ ਅੱਜ ਵੀ ਸਾਡੇ ਗੁਰਪੁਰਬ ਤੇ ਦੀਵਾਲੀ ਤੇ ਵਿਆਹ ਸ਼ਾਦੀਆਂ ਤੇ ਨਗਰ ਕੀਰਤਨ ਤੇ ਕਿੰਨੇ ਪਟਾਕੇ ਜਲਾਉਂਦੇ ਹਨ। ਟੀਚਰ ਤੁਸੀਂ ਤਾਂ ਸਾਨੂੰ ਮੋਟੀਵੇਟ ਕੀਤਾ ਸੀ। ਲਾਸਟ ਮੰਥ ਸਾਡੇ ਸਕੂਲ ਦੇ ਬਾਹਰ ਕਿੰਨਾ ਕੂੜਾ ਪਿਆ ਰਹਿੰਦਾ ਸੀ, ਕਿੰਨੇ ਲੋਕੀ ਆ ਕੇ ਕਚਰਾ ਸੁੱਟ ਦਿੰਦੇ ਸੀ। ਇਨਫੈਕਟ ਸਾਡੇ ਸਕੂਲ ਦੇ ਸਟੂਡੈਂਟਸ ਵੀ ਅਵੇਅਰ ਨਹੀਂ ਸੀ ਤੇ ਫਿਰ ਅਸੀਂ ਸਵੱਛ ਭਾਰਤ ਅਭਿਆਨ ਵਿੱਚ ਆ ਕੇ ਸਭ ਨੂੰ ਜਾਗਰੂਕ ਕੀਤਾ ਸੀ। ਹਾਂ ਟੀਚਰ ਤੁਸੀਂ ਸਾਨੂੰ ਚਿੱਠੀ ਲਿਖਣੀ ਸਿਖਾਈ ਸੀ ਤੇ ਅਸੀਂ BMC ਦੇਣ ਗਏ ਸੀ ਤੇ ਅੱਜ ਵੇਖੋ ਉੱਥੇ ਕੂੜੇਦਾਨ ਦੀ ਜਗ੍ਹਾ ਪੌਦੇ ਲੱਗੇ ਨੇ। ਤੇ ਟੀਚਰ ਕੀ ਅਸੀਂ ਇੱਕ ਚਿੱਠੀ SGPC ਤੇ ਸਾਰੇ ਗੁਰਦੁਆਰਾ ਕਮੇਟੀ ਨੂੰ ਨਹੀਂ ਦੇ ਸਕਦੇ? ਯੈਸ, ਆਤਿਸ਼ਬਾਜ਼ੀ ਨਾ ਹੋਏ ਇਸ ਕਰਕੇ ਅਸੀਂ ਜ਼ਰੂਰ ਇਹ ਉਪਰਾਲਾ ਕਰਾਂਗੇ ਤੇ ਬੱਚਿਆਂ ਦੀ ਤਰਫੋਂ ਇਹ ਜਿਹੜੀ ਤੁਸੀਂ ਚਿੱਠੀ ਕਹਿ ਰਹੇ ਹੋ ਅਸੀਂ ਜ਼ਰੂਰ ਗੁਰਦੁਆਰਾ ਕਮੇਟੀ ਨੂੰ ਭੇਜਾਂਗੇ। ਜੇ ਅੱਜ ਦੇ ਬੱਚੇ ਤੇ ਯੂਥ ਚਾਹਣ ਉਹਨਾਂ ਦਾ ਨਜ਼ਰੀਆ ਬਦਲੇ, ਉਹਨਾਂ ਦੀ ਸੋਚ ਬਦਲੇ ਤੇ ਸਿਰਫ ਵਾਤਾਵਰਨ ਨਹੀਂ ਅਸੀਂ ਸਮਾਜ ਵਿੱਚ ਬਹੁਤ ਕੁਝ ਬਦਲ ਸਕਦੇ ਹਾਂ। ਵੈਰੀ ਗੁੱਡ। ਵੈਰੀ ਗੁੱਡ। ਹਾਂ ਟੀਚਰ ਮੈਂ ਵੀ ਆਪਣੇ ਫੇਸਬੁੱਕ ਤੇ ਟ੍ਰੈਂਡ
ਅਟੈਂਡ ਕਰਾਂਗਾ ਅਤੇ ਸਾਰੇ ਪੇजेस ਅਤੇ ਸਾਰੇ ਗਰੁੱਪਾਂ ਤੇ ਵੀ ਪਾਵਾਂਗਾ। ਵੈਰੀ ਗੁੱਡ। ਬਹੁਤ ਅੱਛੇ ਆਈਡੀਆਜ਼ ਨੇ। ਜੇ ਅਸੀਂ ਸਾਰੇ ਰਲ ਕੇ ਕੁਝ ਵੀ ਕਰਨਾ ਚਾਹੀਏ ਤੇ ਸਭ ਕੁਝ ਹੋਏਗਾ ਤੇ ਸਾਨੂੰ ਸਫਲਤਾ ਜ਼ਰੂਰ ਮਿਲੇਗੀ। ਇੱਕ ਗੱਲ ਹੋਰ ਧਿਆਨ ਰੱਖਣਾ ਮੇਰੇ ਬੱਚਿਓ, ਦੀਵਾਲੀ ਵਾਲੇ ਦਿਨ ਜੇ ਘਰੋਂ ਬਾਹਰ ਨਿਕਲੋ ਤੇ ਰੇਸ਼ਮੀ ਕੱਪੜਾ ਨਾ ਪਾ ਕੇ ਸਿਰਫ ਕਾਟਨ ਦੇ ਕੱਪੜੇ ਹੀ ਪਾਓ, ਕਿਉਂਕਿ ਰੇਸ਼ਮੀ ਕੱਪੜਾ ਜਲਦੀ ਅੱਗ ਫੜਦਾ ਹੈ। ਯੈਸ ਬੱਚੇ। ਕੀ ਮਹਾਨਤਾ ਹੈ? ਬੰਦੀ ਛੋੜ ਦਿਵਸ ਮੈਂ ਸੁਣਿਆ ਤੇ ਹੈ ਬਟ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜ਼ਰੂਰ ਕਰੋ ਜੀ ਸ਼ੇਅਰ ਸਾਡੇ ਸਾਰਿਆਂ ਨਾਲ। ਸਨ 1605 ਦੀ ਗੱਲ ਹੈ, ਜਦ ਬਾਦਸ਼ਾਹ ਜਹਾਂਗੀਰ ਦਾ ਰਾਜ ਪੂਰੇ ਹਿੰਦੁਸਤਾਨ ਵਿੱਚ ਸੀ। ਉਸ ਵੇਲੇ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਚਾਰ ਫੈਲ ਰਿਹਾ ਸੀ। ਹਰ ਕੋਈ ਗੁਰੂ ਸਾਹਿਬ ਜੀ ਦੇ ਰਸਤੇ ਤੇ ਚੱਲਣ ਨੂੰ ਤਿਆਰ ਸੀ। ਕਾਜ਼ੀ ਨੇ ਆਪਣੇ ਮਤਲਬ ਦੇ ਕਾਰਨ ਆਪਣੀ ਬੇਟੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਦੇ ਬੇਟੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਭੇਜਿਆ, ਪਰ ਸੰਗਤਾਂ ਦੇ ਮਨਾ ਕਰਨ ਦੇ ਕਾਰਨ ਮਹਾਰਾਜ ਨੇ ਇਹ ਰਿਸ਼ਤਾ ਕਬੂਲ ਨਹੀਂ ਕੀਤਾ। ਇਹ ਸੁਣ ਕੇ ਚੰਦੂ ਨੇ ਕਾਜ਼ੀ ਨੂੰ ਭੜਕਾ ਦਿੱਤਾ ਅਤੇ ਜਹਾਂਗੀਰ ਵੀ ਭੜਕ ਗਿਆ। ਬਾਦਸ਼ਾਹ ਜਹਾਂਗੀਰ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਨ ਦਾ ਹੁਕਮਨਾਮਾ ਫਰਮਾਇਆ। ਇਸ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ। ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਮੀਰੀ ਦਾ ਭਾਵ ਸ਼ਕਤੀ, ਪੀਰੀ ਦਾ ਭਾਵ ਭਗਤੀ। ਦੋ ਤਲਵਾਰਾਂ ਬੰਦੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਚਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਮੀਰੀ ਤੇ ਪੀਰੀ ਦੀਆਂ ਤਲਵਾਰਾਂ ਹੋਣ ਕਾਰਨ ਇੱਕ ਨਵਾਂ ਨਿਸ਼ਾਨ ਖੰਡਾ ਹੋਂਦ ਵਿੱਚ ਆਇਆ। ਉਸ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਰਾਜਸੀ ਠਾਠ ਤੇ ਫੌਜ ਕਾਇਮ ਕੀਤੀਆਂ। पंच प्याले पंच पीर छठम पीर बैठा गुरपारी अर्जुन काया पलट के मूरत हरगोबिंद सारी। ਗੁਰੂ ਜੀ ਨੇ ਸਿੱਖ ਸੰਗਤਾਂ ਦੇ ਅੰਦਰ ਵੀਰ ਰਸ ਜੋਸ਼ ਪੈਦਾ ਕਰਨ ਲਈ ਸਿੱਖਾਂ ਨੂੰ ਖੁਰਦ ਸਵਾਰੀ ਤੇ ਸ਼ਸਤਰ ਵਿੱਦਿਆ ਦਿੱਤੀ। ਗੁਰੂ ਜੀ ਨੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕਈ ਮੁਸਲਮਾਨ ਵੀਰ ਵੀ ਸਿੱਖੀ ਧਾਰਨ ਕਰਨ ਲੱਗ ਪਏ। ਇੱਕ ਦਿਨ ਬਾਦਸ਼ਾਹ ਨੂੰ ਬੁਖਾਰ ਹੋ ਗਿਆ ਤੇ ਚੰਦੂ ਨੇ ਜੋਤਸ਼ੀ ਨੂੰ 500 ਮੋਹਰਾ ਦੇ ਕੇ ਝੂਠ ਬੋਲਣ ਲਈ ਕਿਹਾ ਤੇ ਬਾਦਸ਼ਾਹ ਨੂੰ ਭੜਕਾ ਦਿੱਤਾ। ਤੁਸੀਂ ਇਧਰ ਆ ਜਾਓ। किसी किले विच जा
उधर 2 पेन ਤੁਹਾਡੇ ਤੋਂ ਬਾਅਦ ਸਡਨਲੀ ਮੇਰਾ ਇੱਦਾਂ ਲੈ ਲੈਣਾ ਤੁਸੀਂ ਗੁਰੂ ਜੀ ਨਿਮਰਤਾ ਨਾਲ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਜਿੱਥੇ ਹੋਰ ਵੀ ਨਿਰਦੋਸ਼ ਰਾਜਿਆਂ ਨੂੰ ਬੰਦੀ ਕਰਕੇ ਰੱਖਿਆ ਹੋਇਆ ਸੀ ਜੋ ਵੀ ਉਸ ਬੰਦੀ ਖਾਨੇ ਵਿੱਚ ਇੱਕ ਵਾਰੀ ਪਹੁੰਚ ਜਾਂਦਾ ਉਸ ਦਾ ਬਾਹਰ ਨਿਕਲਣਾ ਨਾਮੁਮਕਿਨ ਸੀ ਇਹ ਸੁਣ ਕੇ ਸਿੱਖ ਸੰਗਤ ਚਿੰਤਿਤ ਹੋ ਗਈ ਕਈ ਸੰਗਤਾਂ ਕਿਲੇ ਦੇ ਬਾਹਰ ਆ ਕੇ ਕੀਰਤਨ ਵੀ ਕਰਨ ਲੱਗ ਪਈਆਂ ਚੌਂਕੀਆਂ ਤੇ ਪ੍ਰਭਾਤ ਫੇਰੀਆਂ ਦੀ ਰੀਤ ਵੀ ਇੱਥੋਂ ਹੀ ਸ਼ੁਰੂ ਹੋਈ ਗੁਰੂ ਜੀ ਨੇ ਬੰਦੀ ਖਾਨੇ ਆ ਕੇ ਉਧਰ ਦਾ ਮਾਹੌਲ ਆਪਣੇ ਸ਼ਬਦ ਵਿਚਾਰ ਤੇ ਬੰਦਗੀ ਨਾਲ ਬਦਲ ਦਿੱਤਾ ਗੁਰੂ ਜੀ ਨੇ ਰਾਜਿਆਂ ਦਾ ਬੁਰਾ ਹਾਲ ਤੇ ਮੁਰਝਾਏ ਚਿਹਰੇ ਵੇਖ ਕੇ ਸੂਬੇਦਾਰ ਨੂੰ ਬੇਨਤੀ ਕੀਤੀ ਕਿ ਇਹਨਾਂ ਵਾਸਤੇ ਸਾਫ਼ ਕੱਪੜੇ ਤੇ ਭੋਜਨ ਲਿਆਇਆ ਜਾਏ ਪਰ ਦੂਜੀ ਤਰਫ ਜਹਾਂਗੀਰ ਬਹੁਤ ਬਿਮਾਰ ਰਹਿਣ ਲੱਗ ਪਿਆ ਰਾਤੀ ਉਹਨੂੰ ਭਿਆਨਕ ਸੁਪਨੇ ਆਉਣ ਲੱਗ ਪਏ ਦੂਰ ਦੂਰੋਂ ਵੈਦ ਆਉਣ ਲੱਗ ਪਏ ਪਰ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਭਾਈ ਜੇਠਾ ਜੀ ਜਿਨ੍ਹਾਂ ਕੋਲ ਜੋਗ ਵਿਦਿਆ ਸੀ ਉਹੀ ਰਾਤੀ ਸ਼ੇਰ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਨੂੰ ਡਰਾਉਂਦੇ ਸਨ ਦੂਜੇ ਦਿਨ ਭਾਈ ਜੇਠਾ ਜੀ ਜੋਤਸ਼ੀ ਦਾ ਰੂਪ ਧਾਰਨ ਕਰਕੇ ਜਹਾਂਗੀਰ ਨੂੰ ਸਮਝਾਉਣ ਆਏ हेलो गुरु जी चल तो चल, रिया की तरह
पर जदों गुरु जी ने यह गल सुनी तो उन्होंने इकल्ले रिहा होण तो मना कर दिता। गुरु जी चाहते सन कि वो अपने नाल सारे 52 निर्दोष राजियां नूं नाल लैके जाण। उस समय गुरु जी ने 52 कलियां वाला चोला बनवाया जिसनों फड़ के सारे निर्दोष राजे रिहा होए। असल विच गुरु तो है ही बंदी छोड़ है, भला गुरु जी ने कोई कैद कर सकता है? नहीं, गुरु जी ये तो मानुकता के उधार ले कौतक करते हैं। जदों गुरु जी रिहा होके अमृतसर पहुंचे उस वेले धन बाबा बुड्ढा जी ने दीपमाला की थी। बाबा बुड्ढा जी ने सिख संगतां नूं उपदेश दिता, असली अज्ञानता उदों ही दूर हो सकती है जदों असी गुरसिੱਖੀ मार्ग ते चलीए, गुरु साहिब का पल्ला फड़ीए, तां ही दूर हो सकती। ते बाबा बुड्ढा जी ने उस वेले सिर्फ दीपमाला की रीत चलाई सी, ना कि बम फटाके ते आतिशबाजियां थी, जो अज सानू इन्हां निक्किया बच्चियां ने भी समझाउणा कीता है।
अकाल। दिया जला के रोशनी करके अंधेरा दूर कर सकते हैं। अंधेरा दूर कर सकते हैं। सत श्री अकाल। गुरबानी दे चानन नाल अपने मन को अज्ञानता दा अंधेरा दूर कर सकते हैं। अज्ञानता दा अंधेरा दूर कर सकते हैं। आज तो सत श्री अकाल। ਅਸੀਂ ਅੱਜ ਤੋਂ सेवा करांगे। सत श्री अकाल। ਅਸੀਂ ਅੱਜ ਤੋਂ ਅਸੀਂ